मुतवाजी जथेदार ध्यान सिंह मंड ने जथेदार ज्ञानी हरप्रीत सिंह ਨੂੰ ਲਿਖੀ ਚਿੱਠੀ ਇੱਕ ਹੋਣ ਦੀ ਕੀਤੀ ਅਪੀਲ ਕਿਹਾ ਕੌਮ ਦੇ ਲਈ ਇੱਕ ਹੋ ਕੇ ਕੰਮ ਕਰਨ ਦਾ ਹੈ ਸਮਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਕਰੀਬ 4.5 ਘੰਟੇ ਤੱਕ ਹੋਈ ਪੁੱਛ ਪੜਤਾਲ ਵਿਜੀਲੈਂਸ ਨੇ ਕੀਤੇ ਸਵਾਲ ਜਵਾਬ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਚੰਨੀ ਨੂੰ ਕੀਤਾ ਗਿਆ ਸੀ ਤਲਬ ਅੰਮ੍ਰਿਤ ਮਾਨ ਦੇ ਪਿਤਾ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ ਕੈਬਨਿਟ ਸਬ ਕਮੇਟੀ ਨੇ ਐਸਸੀ ਐਸਟੀ ਜਥੇਬੰਦੀਆਂ ਨੂੰ ਕਾਰਵਾਈ ਦਾ ਦਿੱਤਾ ਭਰੋਸਾ फर्जी सर्टिफिकेट बना के सरकारी नौकरी लैण दा है इल्जाम कैबिनेट मंत्री लालचंद कटारू चक वीडियो मामले च नवा मोड़ शिकायतकर्ता दे वल्लों कार्रवाई करवाउण तो इनकार पुलिस दे कोल लिखती तौर दे उत्ते दर्ज करवाए बयान एसआईटी ने एससी कमिशन नूं भेजी रिपोर्ट मुख्यमंत्री भगवंत मान ने 2 सनअतकारां नूं दित्ते हरे रंग दे स्टैंप पेपर सीएम बोले उद्योग लगाउण दे लई सिर्फ 17 ਦਿਨਾਂ ਦੇ ਵਿੱਚ ਮਿਲੀਆਂ ਸਾਰੀਆਂ ਮਨਜ਼ੂਰੀਆਂ ਉਦਯੋਗਪਤੀਆਂ ਦੀ ਖੱਜਲ ਖੁਆਰੀ ਘਟਾਉਣ ਦੇ ਲਈ ਸਰਕਾਰ ਨੇ ਜਾਰੀ ਕੀਤੇ ਨੇ ਹਰੇ ਰੰਗ ਦੇ ਸਟੈਂਪ ਪੇਪਰ ਟਵਿੱਟਰ ਦੇ ਸਾਬਕਾ ਸੀਈਓ ਦੇ ਦਾਅਵੇ ਤੇ ਸਿਆਸੀ ਬਵਾਲ ਜੈਕ ਡੋਰਸੀ ਬੋਲੇ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ ਤਾਂ ਅਨੁਰਾਗ ਠਾਕੁਰ ਦਾ ਬਿਆਨ ਝੂਠ ਬੋਲ ਕੇ ਭਾਰਤ ਨੂੰ ਬਦਨਾਮ ਨਾ ਕਰਨ ਡੋਰਸੀ ਕੁਰੂਕਸ਼ੇਤਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਕਿਸਾਨਾਂ ਦਾ ਧਰਨਾ ਜਾਰੀ ਪ੍ਰਸ਼ਾਸਨ ਦੇ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਪਰ ਨਹੀਂ ਬਣ ਸਕੀ ਹੁਣ ਤੱਕ ਸਹਿਮਤੀ ਹਾਈਵੇ ਜਾਮ ਹੋਣ ਦੀ ਵਜ੍ਹਾ ਦੇ ਨਾਲ ਆਮ ਲੋਕ ਪਰੇਸ਼ਾਨ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ ਸਮੇਂ ਤੋਂ ਪਹਿਲਾਂ ਲਗਾਇਆ ਝੋਨਾ ਕੀਤਾ ਗਿਆ ਨਸ਼ਟ ਕਪੂਰਥਲਾ ਜ਼ਿਲ੍ਹੇ ਦੇ ਵਿੱਚ 19 ਤਰੀਕ ਤੋਂ ਸ਼ੁਰੂ ਹੋਣੀ ਹੈ ਝੋਨੇ ਦੀ ਲਵਾਈ बीजेपी लीडर तरੁਣ ਚੁਗ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਵਾਰ ਕਿਹਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ ਦੱਸੇ ਹੁਣ ਤੱਕ ਕੀ ਹੋਈ ਕਾਰਵਾਈ ਲੁਧਿਆਣਾ ਦੇ ਵਿੱਚ ਸ਼ਖਸ ਦਾ ਬੇਰਹਿਮੀ ਦੇ ਨਾਲ ਕਤਲ ਬੈੱਡ ਬਾਕਸ ਦੇ ਵਿੱਚ ਲਾਸ਼ ਰੱਖ ਕੇ ਲਗਾਈ ਅੱਗ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਭੂਚਾਲ ਦੇ ਝਟਕਿਆਂ ਦੇ ਨਾਲ ਕੰਬਿਆ ਉੱਤਰੀ ਭਾਰਤ ਪੰਜਾਬ ਤੇ ਹਿਮਾਚਲ ਸਣੇ 5 ਸੂਬਿਆਂ ਦੇ ਵਿੱਚ ਮਹਿਸੂਸ ਕੀਤੇ ਗਏ ਝਟਕੇ ਜੰਮੂ ਕਸ਼ਮੀਰ ਦਾ ਡੋਡਾ ਰਿਹਾ ਕੇਂਦਰ ਰਿਐਕਟਰ ਸਕੇਲ ਤੇ 5.4 ਮਾਪੀ ਗਈ ਤੀਬਰਤਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕਰੋੜਾਂ ਰੁਪਏ ਦੀ ਲੁੱਟ ਹੋ ਜਾਵੇ ਔਰ ਉਸਦੇ ਕਈ ਦਿਨ ਬਾਅਦ ਪੁਲਿਸ ਦੇ ਹੱਥ ਕੁਝ ਸ਼ੱਕੀ ਲੱਗਣ ਪੁਲਿਸ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਾ ਕਰ ਪਾਈ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਕਰੀਬ 8 ਕਰੋੜ ਰੁਪਏ ਦੀ ਲੁੱਟ ਹੋਈ ਲੁਧਿਆਣਾ ਦੇ ਵਿੱਚ ਤੇ ਉਸ ਲੁੱਟ ਕਾਂਡ ਦੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ ਹੈ ਵੱਡੀ ਖਬਰ ਦੇ ਨਾਲ ਸ਼ੁਰੂਆਤ ਹੈ ਪੁਲਿਸ ਨੇ 3 ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਔਰ ਨਿਊਜ਼ 18 ਪੰਜਾਬ ਦੇ ਟਾਪ ਸੋਰਸਿਸ ਇਸ ਸਮੇਂ ਜਾਣਕਾਰੀ ਦੇ ਰਹੇ ਹਨ ਮੁੱਲਾਂਪੁਰ ਦਾਖਾਂ ਦੇ ਪਿੰਡ ਮੰਡਿਆਣੀ ਤੋਂ ਹਿਰਾਸਤ ਦੇ ਵਿੱਚ ਲਏ ਗਏ ਨੇ 3 ਸ਼ੱਕੀ ਔਰ ਪੁਲਿਸ ਸਵੇਰ ਤੋਂ ਹੀ ਇਸ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਸੀ ਏਟੀਐਮ ਕੈਸ਼ ਵੈਨ ਦੇ ਵਿੱਚੋਂ ਕਰੀਬ 7 ਕਰੋੜ ਰੁਪਏ ਦੀ ਲੁੱਟ ਹੋਈ ਸੀ ਔਰ ਇਸ ਲੁੱਟ ਤੋਂ ਬਾਅਦ ਹੁਣ ਤੱਕ ਪੁਖਤਾ ਤੌਰ ਦੇ ਉੱਤੇ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ ਹਾਲਾਂਕਿ ਹੁਣ 3 ਸ਼ੱਕੀ ਕਾਬੂ ਕੀਤੇ ਗਏ ਨੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਏਟੀਐਮ ਦੇ ਵਿੱਚ ਜਿਹੜੇ ਏਟੀਐਮ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਕੈਸ਼ ਵੈਨ ਪਹੁੰਚਦੀ ਹੈ ਕੈਸ਼ ਉਸ ਦੇ ਵਿੱਚ ਏਟੀਐਮ ਚ ਪਾਇਆ ਜਾਂਦਾ ਹੈ ਉਸ ਵੈਨ ਦੇ ਜ਼ਰੀਏ ਕਰੀਬ 8 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਔਰ 2 ਤੋਂ 3 ਦਿਨ ਜ਼ਿਆਦਾ ਹੋ ਚੁੱਕੇ ਨੇ ਕਿ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਸੁਰਾਗ ਜ਼ਿਆਦਾ ਕੁਝ ਨਹੀਂ ਲੱਗੇ ਹਾਲਾਂਕਿ ਪੁਲਿਸ ਦਾਅਵੇ ਇੱਕ ਦਿਨ ਪਹਿਲਾਂ ਵੀ ਇਹੀ ਕਰ ਰਹੀ ਸੀ ਕਿ ਅਸੀਂ ਕਰੀਬ 75% ਤੱਕ ਇਸ ਪੂਰੇ ਮਾਮਲੇ ਨੂੰ ਹੱਲ ਕਰ ਲਿਆ ਤੇ ਜਲਦ ਮੁਲਜ਼ਮਾਂ ਤੱਕ ਪਹੁੰਚ ਜਾਵਾਂਗੇ ਕਿੰਨੇ ਲੋਕਾਂ ਦੇ ਵੱਲੋਂ ਕਿੰਨੇ ਬਦਮਾਸ਼ਾਂ ਲੁਟੇਰਿਆਂ ਦੇ ਵੱਲੋਂ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਤਾ ਨਹੀਂ ਔਰ ਕਿੱਥੋਂ ਦੇ ਉਹ ਰਹਿਣ ਵਾਲੇ ਸੀ ਪਤਾ ਨਹੀਂ ਕਿੱਥੇ ਉਹ ਚਲੇ ਗਏ ਪੂਰਾ ਕੈਸ਼ ਲੈ ਕੇ ਪਤਾ ਨਹੀਂ ਪੁਲਿਸ ਇਸ ਸਮੇਂ ਤੁਹਾਨੂੰ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਕਹੀਏ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਸਿਰਫ ਅਜੇ ਸ਼ੱਕੀ ਨੇ ਇਹਨਾਂ ਦੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਹਜੇ ਕਲੀਅਰ ਨਹੀਂ ਹੈ रुक करते हैं साडे सहयोगी रोहित गौड़ साडे नाल फोन लाइन ते ने लुधियाना तो रोहित की कुछ तुहाडे कोल जानकारी 3 शक्की पुलिस दी गिरफ्त दे विच 8 करोड़ लब्बे कि नहीं जी बिल्कुल गौरव अजे तक पैसे बिल्कुल भी नहीं मिले है और इस चीज की ਜਿਹੜੇ ਸਾਡੇ ਸੂਤਰ ਹੈਗੇ ਨੇ ਉਹ ਚੀਜ਼ ਦੀ ਪੁਸ਼ਟੀ ਕਰ ਰਹੇ ਨੇ ਪਰ ਹਾਂ ਕਿਤੇ ਨਾ ਕਿਤੇ ਸ਼ੱਕੀ 3 ਸ਼ਖਸ ਜਿਹੜੇ ਹੈਗੇ ਨੇ ਪੁਲਿਸ ਨੇ ਆਪਣੇ ਹਿਰਾਸਤ 'ਚ ਲਿੱਤੇ ਹੋਏ ਨੇ ਤੇ ਕਿਤੇ ਨਾ ਕਿਤੇ ਅਨੁਮਾਨ ਲਗਾਇਆ ਜਾ ਰਿਹਾ ਕਿ ਉਹਨਾਂ ਤਿੰਨਾਂ ਪੱਖੋਂ ਹੋਈ ਕਿਤੇ ਨਾ ਕਿਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਸਾਡੇ ਸੂਤਰ ਇਹ ਵੀ ਦੱਸ ਰਹੇ ਨੇ ਕਿ ਜਿਹੜੇ 3 ਸ਼ਖਸ ਅਰੈਸਟ ਹਿਰਾਸਤ 'ਚ ਲਿੱਤੇ ਗਏ ਨੇ ਉਹਨਾਂ 'ਚ 2 ਪੁਰਸ਼ ਨੇ 1 ਮਹਿਲਾ ਹੈ
ਤਾਂ ਇੱਥੋਂ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ, ਕਿਉਂਕਿ ਜਿਸ ਵੇਲੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਵੇਲੇ ਵੀ ਪੁਲਿਸ ਦੇ ਕਮਿਸ਼ਨਰ ਜਿਹੜੇ ਹੈਗੇ ਨੇ ਉਹਨਾਂ ਪੱਖੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਇਸ ਲੁੱਟ ਦੀ ਵਾਰਦਾਤ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈਗੀ ਹੈ। ਤਾਂ ਇਸ ਕਰਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ 3 ਸ਼ਖਸ ਪੁਲਿਸ ਨੇ ਆਪਣੇ ਹਿਰਾਸਤ 'ਚ ਲਿੱਤੇ ਨੇ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸੀ ਬਿਹਾਵ ਦੇ ਉੱਤੇ ਹੁਣ ਕਿਤੇ ਨਾ ਕਿਤੇ ਪੁਲਿਸ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਬਾਕੀ ਦੇ ਜਿਹੜੇ ਹੈਗੇ ਨੇ ਲੁਟੇਰੇ ਉਹਨਾਂ ਤੱਕ ਪਹੁੰਚ ਕਰ ਪਾਊਗੀ ਔਰ ਉਹਨਾਂ ਨੂੰ ਪਕੜ ਪਾਊਗੀ। ਪਰ ਹਾਲ ਦੀ ਫਿਲਹਾਲ ਕੱਲ ਰਾਤ ਤੋਂ ਹੀ ਪੁਲਿਸ ਨੇ ਪਿੰਡ ਮੰਡਿਆਣੀ ਦੇ ਵਿੱਚੋਂ 2 ਸ਼ਖਸ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਹਿਰਾਸਤ 'ਚ ਲਿੱਤਾ ਸੀਗਾ ਤੇ ਉਸ ਤੋਂ ਬਾਅਦ ਹੀ ਹੁਣ ਜਿਹੜੇ ਸਾਡੇ ਸੂਤਰ ਦੱਸ ਰਹੇ ਨੇ ਕਿ 3 ਜਿਹੜੇ ਲੋਕ ਨੇ 3 ਜਿਹੜੇ ਸ਼ਖਸ ਹੈਗੇ ਨੇ ਉਹ ਪੁਲਿਸ ਦੇ ਹਿਰਾਸਤ 'ਚ ਹੈਗੇ ਨੇ, ਜਿਹੜੇ ਕੀ ਕਹੇ ਜਾ ਸਕਦੇ ਨੇ ਕਿ ਲੁਟੇਰੇ ਹੈਗੇ ਨੇ, ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤੇ ਦੂਜੇ ਪਾਸੇ ਪੁਲਿਸ ਅੱਜ ਸਵੇਰ ਤੋਂ ਹੀ ਲਗਾਤਾਰ ਸਰਚ ਅਭਿਆਨ ਚਲਾ ਰਹੀ ਸੀ। ਲਗਭਗ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਨਾਲ ਲੱਗਦੇ 20 ਪਿੰਡਾਂ ਦੇ ਵਿੱਚ ਜਿਹੜਾ ਵਾ ਪੁਲਿਸ ਪੱਖੋਂ ਹਰੇਕ ਘਰ ਦੇ CCTV ਜਿਹੜੇ ਲੱਗੇ ਹੁੰਦੇ ਨੇ ਹਰੇਕ ਪਿੰਡ ਦੇ ਵਿੱਚ ਉਹਨਾਂ ਨੂੰ ਖੰਗਾਲ ਰਹੀ ਸੀ ਔਰ ਪਿੰਡ ਦੇ ਬਾਹਰ ਜਿਹੜੇ ਹੈ ਖੇਤ ਹੈਗੇ ਨੇ, ਖੇਤਾਂ ਦੇ ਨਾਲ ਜਿਹੜੀ ਝਾੜੀਆਂ ਹੈਗੀਆਂ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਸੀਗਾ ਕਿ ਉਹਨਾਂ ਦਾ ਮੰਨਣਾ ਸੀਗਾ ਕਿ ਕਿਤੇ ਨਾ ਕਿਤੇ ਸ਼ਾਇਦ ਜਿਹੜੇ ਲੁਟੇਰੇ ਹੈਗੇ ਨੇ ਉਹ ਪੈਸਿਆਂ ਦਾ ਜਿਹੜਾ ਬੈਗ ਹੈ ਉਹ ਕਿਤੇ ਨਾ ਕਿਤੇ ਲੁਕੋ ਕੇ ਗਏ ਨੇ, ਛੁਪਾ ਕੇ ਗਏ ਨੇ। ਤਾਂ ਇਸ ਕਰਕੇ ਵੀ ਉਹਨਾਂ ਕੋਲ ਕਿਤੇ ਨਾ ਕੁਝ ਇਨਪੁਟ ਜ਼ਰੂਰ ਸੀਗੀ ਜਿਸ ਦੇ ਚਲਦੇ ਹੋਏ ਹੀ ਹਾਈਵੇ ਦੇ ਉੱਤੇ ਜਿਹੜੀ ਝਾੜੀਆਂ ਸੀਗੀਆਂ ਉਹਨਾਂ ਨੂੰ ਖੰਗਾਲਿਆ ਗਿਆ ਵਾ। ਜੀ ਗੌਰਵ, ਠੀਕ ਹੈ। ਤੇ ਇਹ 3 ਜਿਹੜੇ ਸ਼ੱਕੀ ਇਸ ਸਮੇਂ ਕਾਬੂ ਕੀਤੇ ਗਏ ਨੇ, ਕਲੀਅਰ ਹੋ ਸਕਿਆ ਕਿੰਨੇ ਲੋਕਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਰੋਹਿਤ, ਇਹ 3 ਨਹੀਂ ਸੀ ਜਾਂ 3 ਤੋਂ ਜ਼ਿਆਦਾ ਹੋ ਸਕਦੇ ਨੇ? ਬਿਲਕੁਲ ਗੌਰਵ, ਜਿੱਦਾਂ ਕਿ ਕੱਲ ਪੁਲਿਸ ਪੱਖੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ 7 ਤੋਂ 8 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਤੇ ਉਹਨਾਂ ਵਿੱਚੋਂ 3 ਜੇ ਹਿਰਾਸਤ 'ਚ ਉਹਨਾਂ ਨੇ ਲੈ ਲਿੱਤੇ ਆ, ਪੁਲਿਸ ਨੇ ਆਪਣੀ ਗ੍ਰਿਫਤ 'ਚ ਲੈ ਲਏ ਨੇ ਤੇ ਹਜੇ ਵੀ ਬਾਕੀ ਰਹੇ 4 ਤੋਂ 5 ਲੋਕ ਹਜੇ ਵੀ ਫਰਾਰ ਹੈਗੇ ਨੇ। ਤਾਂ ਪੁਲਿਸ ਜਲਦ ਹੀ ਉਹਨਾਂ ਤੱਕ ਵੀ ਆਪਣੀ ਪਹੁੰਚ ਕਰੂਗੀ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਪਰ ਹਾਲ ਦੀ ਫਿਲਹਾਲ ਜਿਹੜੇ ਸਾਡੇ ਸੂਤਰ ਦੱਸ ਪਾ ਰਹੇ ਨੇ ਉਹ ਕਹਿ ਰਹੇ ਨੇ ਕਿ 3 ਜਿਹੜੇ ਲੋਕ ਹੈਗੇ ਨੇ ਉਹ ਪੁਲਿਸ ਨੇ ਆਪਣੀ ਗ੍ਰਿਫਤ 'ਚ ਲੈ ਲਏ ਨੇ ਔਰ ਉਹਨਾਂ ਤੋਂ ਹੀ ਪੁੱਛਤਾਛ ਕੀਤੀ ਜਾ ਰਹੀ ਹੈ ਔਰ 2 ਸ਼ਖਸਾਂ ਤੋਂ ਕੱਲ ਜਿਹੜੇ ਕਿ ਪਿੰਡ ਮੰਡਿਆਣੀ ਦੇ ਰਹਿਣ ਵਾਲੇ ਨੇ, ਲੁਧਿਆਣਾ ਦੇ ਨਾਲ ਮੁੱਲਾਪੁਰ ਦਾਖਾ ਦੇ, ਉੱਥੋਂ ਉਹਨਾਂ ਨੂੰ ਆਪਣੇ ਹਿਰਾਸਤ 'ਚ ਲਿੱਤਾ ਗਿਆ ਸੀ। ਉਹਨਾਂ ਤੋਂ ਹੀ ਪੁੱਛਤਾਛ ਤੋਂ ਬਾਅਦ ਹੀ ਇਹ 3 ਲੋਕ ਜਿਹੜੇ ਨੇ ਪੁਲਿਸ ਦੀ ਹਿਰਾਸਤ 'ਚ ਆਏ ਨੇ। ਜੀ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤੁਸੀਂ ਨਜ਼ਰ ਬਣਾਈ ਰੱਖੋ, ਅੱਗੇ ਵੀ ਅਪਡੇਟ ਲੈਂਦੇ ਰਹਾਂਗੇ। ਫਿਲਹਾਲ ਇਸ ਸਮੇਂ ਦੱਸ ਦਈਏ ਕਿ 8.5 ਕਰੋੜ ਰੁਪਏ ਦੀ ਕਰੀਬ 8.5 ਕਰੋੜ ਦੀ ਲੁੱਟ ਦੀ ਵਾਰਦਾਤ ਦੇ ਵਿੱਚ ਪੁਲਿਸ ਨੇ 3 ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਸ਼ੱਕੀਆਂ ਦਾ ਸਿੱਧਾ ਜਿਹਾ ਮਤਲਬ ਹੈ ਕਿ ਅੱਜ ਤੱਕ ਪੁਲਿਸ ਨੇ ਕਲੀਅਰ ਨਹੀਂ ਕੀਤਾ ਹੈ ਕਿ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ ਸਿੱਧੇ ਤੌਰ ਦੇ ਵਿੱਚ ਇਸ ਪੂਰੀ ਰੌਬਰੀ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ। ਦੂਜਾ ਪੁਆਇੰਟ ਇਹ ਵੀ ਹੈ ਕਿ ਪੁਲਿਸ ਹੁਣ ਘੋਖ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ। ਜੇ ਉਹਨਾਂ ਤੱਕ ਪਹੁੰਚੀ ਹੈ ਕੋਈ ਨਾ ਕੋਈ ਪੁਲਿਸ ਦੇ ਕੋਲ ਲਿੰਕ ਜ਼ਰੂਰ ਜੁੜਿਆ ਹੋਏਗਾ ਕਿ ਮੁੱਲਾਂਪੁਰ ਦਾਖਾ ਪੁਲਿਸ ਪਹੁੰਚ ਗਈ ਔਰ 3 ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਕਾਬਿਲੇ ਗੌਰ ਵੀ ਹੈ ਕਿ 7 ਤੋਂ 8 ਲੋਕਾਂ ਦੇ ਵੱਲੋਂ ਜਿਹੜੇ ਇਸ ਪੂਰੀ ਰੌਬਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਪਰ ਇਹ 7 ਤੋਂ 8 ਕਿੱਥੇ ਨੇ ਬਾਕੀ ਦੇ ਨਹੀਂ ਪਤਾ। ਔਰ ਸਭ ਤੋਂ ਇੰਪੋਰਟੈਂਟ ਪੁਆਇੰਟ ਇਹ ਵੀ ਹੈ ਕਿ ਹੁਣ ਤੱਕ ਜਿਹੜੀ ਕਰੀਬ 8.5 ਕਰੋੜ ਰੁਪਏ ਦੀ ਨਕਦੀ ਹੈ, ਜਿਹੜਾ ਕੈਸ਼ ਹੈ ਜਿਸ ਨੂੰ ਇਹ ਚੋਰੀ ਕਰਕੇ ਫਰਾਰ ਹੋ ਗਏ ਲੁਟੇਰੇ, ਉਹ 8.5 ਕਰੋੜ ਰੁਪਇਆ ਕਿੱਥੇ ਹੈ ਉਸ ਬਾਰੇ ਵੀ ਹੁਣ ਤੱਕ ਪੁਲਿਸ ਦੇ ਕੋਲ ਕੋਈ ਫਿਲਹਾਲ ਜਾਣਕਾਰੀ ਨਹੀਂ ਹੈ। ਸਾਡੇ ਫਿਲਹਾਲ ਟੌਪ ਸੋਰਸਿਸ ਇਹ ਜਾਣਕਾਰੀ ਦੇ ਰਹੇ ਨੇ ਕਿ ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਸ਼ੱਕੀ ਨੇ ਜੋ ਫਿਲਹਾਲ ਡਿਟੇਨ ਕੀਤੇ ਗਏ ਨੇ। ਉਧਰ ਕਪੂਰਥਲਾ ਦੇ ਪਿੰਡ ਕੋਕਾਮੰਡ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਇੱਕ ਗੈਸ ਏਜੰਸੀ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਸਾਰਾ ਦਿਨ ਸਿਲੰਡਰ ਭਰਨ ਤੋਂ ਬਾਅਦ ਗੈਸ ਏਜੰਸੀ ਦੇ ਮੁਲਾਜ਼ਮ ਗੱਡੀ ਦੇ ਜ਼ਰੀਏ ਪੈਸੇ ਲੈ ਕੇ ਵਾਪਸ ਏਜੰਸੀ ਹੀ ਜਾ ਰਹੇ ਸੀ, ਜਿਨ੍ਹਾਂ ਤੋਂ ਲੁਟੇਰਿਆਂ ਨੇ ਕਰੀਬ 45,000 ਰੁਪਏ ਲੁੱਟ ਲਏ। ਇੱਧਰੋਂ ਆਏ ਜੀ, ਬਰੋਵਾਲ ਤੋਂ ਆਏ ਆ ਤੇ ਉਹਨਾਂ ਕੋਲ ਇੱਕ ਦਾਤਰੀ ਤੇ ਇੱਕ ਪਿਸਟਲ ਸੀ। ਅੱਛਾ। ਤੇ ਉਹ 2 ਜਣੇ ਆਏ, ਮੂੰਹ ਮਾਂ ਬੰਨੇ ਪਏ ਸੀ, ਸਪਲੈਂਡਰ ਮੋਟਰਸਾਈਕਲ ਨੀਲੇ ਰੰਗ ਦਾ। ਤੇ ਉਹਨਾਂ ਨੇ ਭਾਜੀ ਇੱਥੋਂ, ਮੈਂ ਇੱਥੇ ਪਰੇ ਖਲੋਤਾ ਹੀ, ਆਹ ਮੁੰਡਾ ਸੀ ਨਾਲ ਮੇਰੇ, ਇਹਦੇ ਦਾਤਰ ਮਾਰੇ ਨਾਲ ਤੇ ਨਾਲੇ ਇਹਦੇ ਕੋਲ ਪੈਸੇ ਖੋ ਕੇ ਤੇ ਭੱਜ ਗਏ। 2 ਨਕਾਬਪੋਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਟਲ ਅਤੇ ਹੋਰ ਹਥਿਆਰ ਸਨ। ਲੁਟੇਰਿਆਂ ਨੇ ਏਜੰਸੀ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ। ਇਹਦੀ ਤਫਤੀਸ਼ ਕਰ ਰਹੇ ਆ, ਉਸ ਤੋਂ ਬਾਅਦ ਅਗਲੀ ਤਫਤੀਸ਼ ਤੋਂ ਬਾਅਦ ਹੋਈ ਹੈ। ਕਿਹੜੀ ਰੋਡ ਤੇ ਹੋਈ ਹੈ ਲੁੱਟ? ਤਲਵੰਡੀ ਕੋਕਾਮੰਡ ਤੁਸੀਂ ਬੰਦ ਤੇ ਕਰੀਬ 1 ਮਹੀਨੇ ਪਹਿਲਾਂ ਵੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ 6600 ਰੁਪਏ ਲੁੱਟੇ ਗਏ ਸੀ, ਜਿਸ ਤੋਂ ਤੰਗ ਆਏ ਏਜੰਸੀ ਮਾਲਕ ਤੇ ਕਰਮਚਾਰੀ ਲੁਟੇਰਿਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਤਾਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਔਰ ਲਗਾਤਾਰ ਇਹ ਦੂਜੀ ਵਾਰੀ ਹੈ ਜਦੋਂ ਇਸ ਗੈਸ ਏਜੰਸੀ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਲੁਟੇਰਿਆਂ ਦੇ ਵੱਲੋਂ ਬਣਾਇਆ ਹੋਵੇ।
ਖੈਰ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਤੇ ਇਸ ਸਭ ਦੇ ਵਿਚਾਲੇ ਵਿਰੋਧੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ। ਬੀਜੇਪੀ ਦੇ ਆਗੂ ਤਰੁਣ ਚੁਗ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਇਸ ਮੁੱਦੇ ਉੱਤੇ ਵਾਈਟ ਪੇਪਰ ਜਾਰੀ ਕਰੇ। ਪੰਜਾਬ ਦਾ ਕੋਈ ਸ਼ਹਿਰ ਨਹੀਂ, ਕੋਈ ਪਿੰਡ ਨਹੀਂ ਜਿਹਦੇ ਅੰਦਰ ਭੈ ਦਾ ਵਾਤਾਵਰਣ ਨਾ ਹੋਵੇ। ਮਾਨ ਸਰਕਾਰ ਪੰਜਾਬ 'ਚ ਇਸ ਕਾਲੇ ਅਪਰਾਧ ਦੇ ਸਮਰਾਜ ਦੇ ਉੱਤੇ ਵਾਈਟ ਪੇਪਰ ਜਾਰੀ ਕਰੋ ਕਿ ਪੰਜਾਬ 'ਚ ਕਿੰਨੇ ਗੈਂਗਸਟਰ ਨੇ, ਕਿੰਨੇ ਕ੍ਰਿਮੀਨਲ ਨੇ, ਕਿੰਨੇ ਤੁਸੀਂ ਫੜ ਲਏ ਤੇ ਕਿੰਨੇ ਬਾਕੀ ਬਚੇ। ਪੰਜਾਬੀ ਸ਼ਾਂਤੀ ਚਾਹੁੰਦੇ, ਲਾਅ ਐਂਡ ਆਰਡਰ ਚਾਹੁੰਦੇ, ਕਦੋਂ ਮਿਲੇਗਾ? ਨਸ਼ਾ, ਅਪਹਰਨ, ਰੰਗਦਾਰੀ, ਲੁੱਟ ਤੇ ਹੱਤਿਆਵਾਂ ਤੋਂ ਪੂਰਾ ਪੰਜਾਬ ਥਰ-ਥਰ ਕੰਬ ਰਿਹਾ। ਤਾਂ ਲਾਅ ਐਂਡ ਆਰਡਰ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਘੇਰਿਆ ਜਾ ਰਿਹਾ। ਉਧਰ ਅਜਨਾਲਾ ਦੇ ਪਿੰਡ ਚੱਕ ਡੋਗਰਾ ਦੇ ਵਿੱਚ ਇੱਕ ਪਿਤਾ ਨੇ ਆਪਣੀ ਹੀ 4 ਸਾਲ ਦੀ ਧੀ ਦਾ ਕਤਲ ਕਰ ਦਿੱਤਾ, ਜਿਸ ਦੇ ਵਿੱਚ ਉਸ ਦਾ ਸਾਥ ਬੱਚੀ ਦੀ ਦਾਦੀ ਨੇ ਵੀ ਦਿੱਤਾ। ਤੇ ਮੁਲਜ਼ਮ ਨੇ ਬੱਚੀ ਦੀ ਲਾਸ਼ ਬੋਰੀ ਦੇ ਵਿੱਚ ਪਾ ਕੇ ਪਰਾਲੀ ਥੱਲੇ ਦੱਬ ਦਿੱਤੀ, ਜਿਸ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਬਾਅਦ ਬਰਾਮਦ ਕਰ ਲਿਆ। ਮੁਲਜ਼ਮ ਨੇ ਆਪਣੀ ਪਤਨੀ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਸ਼ਰਾਬ ਪੀ ਕੇ। ਤੇ ਤੁਹਾਡੀ ਬੱਚੀ ਨੂੰ ਵੀ ਕਿਤੇ ਮਾਰਤਾ ਉਹਨੇ? ਨਹੀਂ ਭਾਜੀ, ਮੈਨੂੰ ਨਹੀਂ ਪਤਾ, ਮੇਰੀ ਹਿੱਪ ਨਾਲ ਹੀ ਲੜਕੀ ਰਾਤ ਉਹਨੇ ਮੈਨੂੰ ਪਤਾ ਮੈਂ ਡਿੱਗ ਪਈ ਆ, ਮੇਰੀ ਲੜਕੀ ਵੀ ਡਿੱਗ ਪਈ। ਮੈਨੂੰ ਕਦ ਤੋਂ ਮਾਰਿਆ ਨੇ ਤੁਹਾਨੂੰ? ਹਾਂਜੀ ਕਈ ਪੜੀ ਗਈ, ਕਈ ਮਾਰ ਨੂੰ ਵੀ ਮਾਰੀ, ਭਰਜਾਈ ਨੂੰ ਵੀ ਮਾਰੀ, ਮੈਨੂੰ ਨਹੀਂ ਪਤਾ ਅੱਗੋਂ ਕੀ ਬਣਿਆ। ਮੈਨੂੰ ਬੱਚੀ ਦਾ ਕਸੂਰ ਬਸ ਇੰਨਾ ਸੀ ਕਿ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਉਹ ਆਪਣੀ ਮਾਂ ਦੇ ਨਾਲ ਸੁਤੇਲੇ ਪਿਓ ਦੇ ਕੋਲ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਪਿਤਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡਿਊਰਿੰਗ ਇਨਵੈਸਟੀਗੇਸ਼ਨ ਉਹਨਾਂ ਨੇ ਸਾਡੇ ਕੋਲ ਆਪਣਾ ਫਰਦ ਇਨਸਾਫ ਕੀਤਾ ਕਿ ਫਿਰ ਜਿਹਦੀ ਬੱਚੀ ਦੀ ਲਾਸ਼ ਸੀ ਉਹਨਾਂ ਨੇ ਉੱਥੇ ਪਿੰਡ ਹੀ ਕਿਤੇ ਨਜ਼ਦੀਕ ਰੱਖੀ। ਉਹਦੇ ਐਸਡੀਐਮ ਸਾਹਿਬ ਨੂੰ ਦਰਖਾਸਤ ਦੇ ਕੇ ਨਾਇਬ ਤਹਿਸੀਲਦਾਰ ਸਾਹਿਬ ਦੀ ਅਸੀਂ ਨਾਲ ਡਿਊਟੀ ਲਗਾ ਕੇ ਤੇ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਜਿਹੜੇ ਦਿੱਤੇ ਹੋਏ ਫਰਦ ਇਨਸਾਫ ਮੁਤਾਬਕ ਉਹਨਾਂ ਦੀ ਲਾਸ਼ ਦੀ ਬਰਾਮਦਗੀ ਉੱਥੋਂ ਮੌਕੇ ਤੋਂ ਕਰਵਾਈ ਗਈ। ਜਾਣਕਾਰੀ ਮੁਤਾਬਕ ਮੁਲਜ਼ਮ ਰਾਜੂ ਆਪਣੀ ਪਤਨੀ ਦੇ ਪਹਿਲੇ ਵਿਆਹ ਅਤੇ ਬੱਚੀ ਦੋਵਾਂ ਤੋਂ ਪਰੇਸ਼ਾਨ ਸੀ, ਜਿਸ ਤੋਂ ਤੈਸ਼ ਦੇ ਵਿੱਚ ਆ ਕੇ ਉਸਨੇ ਦੋਵਾਂ ਦੇ ਉੱਤੇ ਹਮਲਾ ਕਰ ਦਿੱਤਾ। ਖੈਰ ਜਦੋਂ ਪਿਤਾ ਦੇ ਵੱਲੋਂ ਹੀ ਆਪਣੀ ਬੱਚੀ ਦਾ ਕਤਲ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਹੈ ਖਰੜ ਤੋਂ। ਖਰੜ ਦੀ ਇੱਕ ਰਿਹਾਇਸ਼ੀ ਸੁਸਾਇਟੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਕੁਝ ਨੌਜਵਾਨਾਂ ਦੇ ਉੱਤੇ ਹੁੱਲੜਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਤੇ ਫਿਰ ਗੱਲ ਪੁਲਿਸ ਤੱਕ ਪਹੁੰਚ ਗਈ ਤੇ ਸੁਸਾਇਟੀ ਦੇ ਲੋਕਾਂ ਨੇ ਓਪਨ ਜੀਪ ਦੇ ਵਿੱਚ ਗਾਣੇ ਲਾ ਕੇ ਘੁੰਮਦੇ ਨੌਜਵਾਨਾਂ ਨੂੰ ਰੋਕਿਆ ਤੇ ਉਹਨਾਂ ਨੂੰ ਹੁੱਲੜਬਾਜ਼ੀ ਨਾ ਕਰਨ ਦੀ ਹਦਾਇਤ ਦਿੱਤੀ, ਪਰ ਨੌਜਵਾਨ ਬਹਿਸ ਕਰਨ ਲੱਗੇ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਹੀ ਫੋਨ ਕਰ ਦਿੱਤਾ। ਮੈਂ ਫਿਰ ਦੁਬਾਰੇ ਗਿਆ, ਜਦੋਂ ਦੇਖਿਆ ਮੈਂ ਗੱਡੀ ਦੇ ਪਿੱਛੇ ਨਾ ਕੋਈ ਨੰਬਰ ਪਲੇਟ, ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਗੱਡੀ ਤੁਹਾਡੀ ਤਾਂ ਫਿਰ ਪੁਲਿਸ ਨੂੰ ਦੱਸਣਾ ਪੈਣਾ ਹੈਗਾ, ਜਗ੍ਹਾ ਤੁਹਾਡਾ ਹੀ ਕੰਮ ਹੈਗਾ। ਕਿ ਕਹਿੰਦਾ ਜੀ ਤੁਸੀਂ ਜੋ ਕਰਨਾ ਕਰੋ, ਆਪਣੀ ਕਾਨੂੰਨੀ ਕਾਰਵਾਈ, ਵੀ ਅਸੀਂ ਤਾਂ ਇਦਾਂ ਹੀ ਕਰਨਾ ਹੈ। ਇਹੋ ਨਹੀਂ, ਓਪਨ ਜੀਪ ਤੇ ਕੋਈ ਨੰਬਰ ਪਲੇਟ ਨਹੀਂ ਸੀ ਤੇ ਨਾ ਹੀ ਉਹਨਾਂ ਦੇ ਕੋਲ ਕੋਈ ਕਾਗਜ਼ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜੀਪ ਨੂੰ ਇੰਪਾਊਂਡ ਕਰ ਦਿੱਤਾ। ਤੇ ਮੌਕੇ ਤੇ ਸਾਨੂੰ ਇੱਕ ਗੱਡੀ ਜੀਪ ਜਿਹੜੀ ਛੋਟੀ ਵਾਲੀ ਪੁਰਾਣੀ ਮਾਡਲ ਦੀ ਮਿਲੀ ਤੇ ਉਹਦੇ ਵਿਦਆਊਟ ਨੰਬਰ ਪਲੇਟ ਸੀ ਤੇ ਉਹ ਮੈਂ ਗੱਡੀ ਵਿਦਆਊਟ ਡਾਕੂਮੈਂਟ, ਕਿਉਂਕਿ ਉਹਨਾਂ ਨੇ ਮੌਕੇ ਤੇ ਸਾਨੂੰ ਕੋਈ ਡਾਕੂਮੈਂਟ ਨਹੀਂ ਦਿਖਾਇਆ ਤੇ ਗੱਡੀ ਇੰਪਾਊਂਡ ਕਰਤੀ ਸੀ 207 MB ਤਹਿਤ। ਰਿਹਾਇਸ਼ੀ ਇਲਾਕਿਆਂ ਤੋਂ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਜਿੱਥੇ ਸਥਾਨਕ ਲੋਕ ਹੁੱਲੜਬਾਜ਼ਾਂ ਤੋਂ ਪਰੇਸ਼ਾਨ ਹੁੰਦੇ ਨੇ, ਪਰ ਇਸ ਦੇ ਬਾਵਜੂਦ ਵੀ ਇਹਨਾਂ ਤੇ ਕੋਈ ਲਗਾਮ ਨਹੀਂ ਲਗਾਈ ਜਾ ਰਹੀ। ਤਾਂ ਜਿਹੜੇ ਨੌਜਵਾਨਾਂ ਨੂੰ ਆਪਣੀ ਗੱਡੀ ਦੇ ਵਿੱਚ ਸਪੀਕਰ ਵੱਡੇ ਵੱਡੇ ਲਗਵਾਉਣ ਦਾ ਸ਼ੌਂਕ ਹੈ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਤੁਹਾਡਾ ਸ਼ੌਂਕ ਕਿਸੇ ਦੇ ਲਈ ਮੁਸੀਬਤ ਬਣ ਰਿਹਾ ਹੈ, ਖਾਸ ਤੌਰ ਤੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਸ ਤਰੀਕੇ ਨਾਲ ਜਦੋਂ ਉੱਚੀ ਲਾਊਡ ਮਿਊਜ਼ਿਕ ਵੱਜਦਾ ਹੈ। ਅੱਗੇ ਵਧਦੇ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ। 2 ਸਨਅਤਕਾਰਾਂ ਨੂੰ ਹਰੇ ਰੰਗ ਦੇ ਸਟੈਂਪ ਪੇਪਰ ਦਿੱਤੇ ਗਏ ਨੇ ਔਰ ਦਾਅਵਾ ਕੀਤਾ ਗਿਆ ਕਿ ਸਿਰਫ 17 ਦਿਨਾਂ ਦੇ ਵਿੱਚ ਹੀ ਮਨਜ਼ੂਰੀਆਂ ਸਾਰੀਆਂ ਮਿਲ ਗਈਆਂ। ਉਸ ਤੋਂ ਬਾਅਦ ਉਦਯੋਗਪਤੀਆਂ ਦੀ ਜਿਹੜੀ ਅੱਗੇ ਦੀ ਕਾਰਵਾਈ ਹੈ ਸ਼ੁਰੂ ਹੋਈ ਹੈ। ਸਟੈਂਪ ਪੇਪਰ ਉਹਨਾਂ ਨੂੰ ਮਿਲ ਗਏ। ਸਨਅਤਕਾਰਾਂ ਦੀ ਖੱਜਲ ਖੁਆਰੀ ਘਟਾਉਣ ਦੇ ਲਈ ਹਰੇ ਰੰਗ ਦੇ ਸਟੈਂਪ ਪੇਪਰ ਲਿਆਂਦੇ ਗਏ ਤੇ ਸੀਐਮ ਨੇ ਕਿਹਾ ਕਿ ਸਾਡਾ ਮਕਸਦ ਵੱਧ ਤੋਂ ਵੱਧ ਨਿਵੇਸ਼ ਪੰਜਾਬ ਦੇ ਵਿੱਚ ਲੈ ਕੇ ਆਉਣਾ ਹੈ। ਵਪਾਰੀਆਂ ਨੂੰ ਕਾਰੋਬਾਰ ਪੱਖੀ ਮਾਹੌਲ ਦੇਣਾ ਸਾਡਾ ਟੀਚਾ ਹੈ। ਸੀਐਮ ਮਾਨ ਦੇ ਵੱਲੋਂ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਸਪੈਸ਼ਲ ਸਟੈਂਪ ਪੇਪਰ, ਕਿਉਂਕਿ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਸੀਐਮ ਦੇ ਵੱਲੋਂ ਕਿ ਜਿਹੜੇ ਸਟੈਂਪ ਪੇਪਰ
ਸਨਅਤਕਾਰਾਂ ਦੇ ਲਈ ਹਰੇ ਰੰਗ ਦੇ ਹੋਣਗੇ ਤੇ ਜਦੋਂ ਹਰੇ ਰੰਗ ਦਾ ਸਟੈਂਪ ਪੇਪਰ ਤੁਹਾਡੇ ਹੱਥ ਦੇ ਵਿੱਚ ਆ ਗਿਆ ਤਾਂ ਸਮਝੋ ਫਿਰ ਹਰ ਇੱਕ ਕਲੀਅਰੈਂਸ, ਹਰ ਇੱਕ ਮਨਜ਼ੂਰੀ ਤੁਹਾਨੂੰ ਮਿਲ ਚੁੱਕੀ ਹੈ। ਤਾਂ 2 ਸਨਅਤਕਾਰਾਂ ਨੂੰ ਗ੍ਰੀਨ ਕਲਰ ਦੇ ਸਟੈਂਪ ਪੇਪਰ ਦਿੱਤੇ ਗਏ ਨੇ ਔਰ ਦਾਅਵਾ ਹੀ ਕੀਤਾ ਗਿਆ ਕਿ 17 ਦਿਨਾਂ ਦੇ ਵਿੱਚ ਹੀ ਸਾਰੀਆਂ ਮਨਜ਼ੂਰੀਆਂ ਇਹਨਾਂ ਨੂੰ ਮਿਲ ਗਈਆਂ। ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈ, ਵਪਾਰੀ ਨੇ ਜਿਹੜੇ, ਉਹਨਾਂ ਦੀ ਵੱਖ-ਵੱਖ ਦਫ਼ਤਰਾਂ 'ਚ ਖੱਜਲ ਖੁਆਰੀ ਜਿਹੜੀ ਹੁੰਦੀ ਸੀ ਪਰਮਿਸ਼ਨਾਂ ਲੈਣ ਲਈ, NOCs ਲੈਣ ਲਈ, ਉਹਨੂੰ ਰੋਕਣ ਵਾਸਤੇ ਇੱਕ ਆਊਟ ਆਫ ਦਾ ਬਾਕਸ ਆਈਡੀਆ ਜਿਹੜਾ ਦੇਸ਼ ਦੇ ਵਿੱਚ ਹਜੇ ਕਿਸੇ ਸੂਬੇ ਨੇ ਇੰਟਰੋਡਿਊਸ ਨਹੀਂ ਕੀਤਾ ਸੀ। ਪੰਜਾਬ ਪਹਿਲਾ ਸੂਬਾ ਹੈ। ਅਸੀਂ ਗ੍ਰੀਨ ਕਲਰ ਦਾ, ਹਰੇ ਰੰਗ ਦਾ ਜਿਹੜਾ ਸਟਾਮ ਹੈ ਉਹ ਸਕੀਮ ਕੱਢੀ ਹੈ ਕਿ ਵਪਾਰੀ ਪਹਿਲਾਂ ਜ਼ਮੀਨ ਦੇਖ ਲੂਗਾ, ਉਹ ਜ਼ਮੀਨ ਬਾਰੇ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਆ ਕੇ ਜਾਂ ਪੋਰਟਲ 'ਤੇ ਜਾ ਕੇ ਉਹਨੂੰ ਦੱਸ ਦੂਗਾ ਕਿ ਆਹ ਜ਼ਮੀਨ ਹੈ। ਤਾਂ ਸਾਡੀ ਜਿਹੜੀ ਟੀਮ ਹੈ ਇਨਵੈਸਟ ਪੰਜਾਬ ਦੀ, ਜਿਹੜੀ CLU ਦੀ ਟੀਮ ਹੈ, ਪੋਲੂਸ਼ਨ ਦੀ ਟੀਮ ਹੈ, ਫਾਇਰ ਦੀ ਟੀਮ ਹੈ, ਹਾਊਸਿੰਗ ਦੀ ਟੀਮ ਹੈ, ਫੋਰੈਸਟ ਦੀ ਟੀਮ ਹੈ, ਉਹ ਸਾਰੀਆਂ ਟੀਮਾਂ ਉਸ ਜਗ੍ਹਾ 'ਤੇ ਜਾ ਕੇ ਉਹਨੂੰ ਦੇਖ ਕੇ ਤੇ ਉਹ ਕਲੀਅਰ ਕਰ ਦੇਣਗੀਆਂ। ਤਾਂ ਫਿਰ ਉਸ ਵਪਾਰੀ ਨੂੰ ਕਿਹਾ ਜਾਊਗਾ ਕਿ ਹੁਣ ਤੂੰ ਰਜਿਸਟਰੀ ਕਰਵਾ ਲਾ ਗ੍ਰੀਨ, ਹਰੇ ਰੰਗ ਦੇ। ਤਾਂ ਹਰੇ ਰੰਗ ਦੇ ਸਟੈਂਪ ਪੇਪਰ ਦਿੱਤੇ ਗਏ ਨੇ। ਦਾਅਵਾ ਹੀ ਕੀਤਾ ਜਾ ਰਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਔਰ 17 ਦਿਨਾਂ ਦੇ ਵਿੱਚ ਸਾਰੀ ਕਲੀਅਰੈਂਸਸ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਉਹ ਇਹਨਾਂ ਸਨਅਤਕਾਰਾਂ ਨੂੰ ਮਿਲ ਗਈਆਂ ਤਾਂ ਕਿ ਹੁਣ ਉਹ ਆਪਣਾ ਜਿਹੜਾ ਸਨਅਤ ਹੈ ਉਸ ਨੂੰ ਲਗਾ ਸਕਣ। ਅੱਗੇ ਵਧਦੇ ਹਾਂ ਤੇ ਗੱਲ ਭੁਚਾਲ ਦੇ ਝਟਕਿਆਂ ਦੀ। ਤੁਸੀਂ ਵੀ ਸ਼ਾਇਦ ਅੱਜ ਮਹਿਸੂਸ ਕੀਤੇ ਹੋਣੇ ਆ। ਦਿੱਲੀ NCR ਸਣੇ ਪੂਰੇ ਉੱਤਰ ਭਾਰਤ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਵੀ 5.4 ਤੀਬਰਤਾ ਦੇ ਭੁਚਾਲ ਦੇ ਝਟਕੇ, ਜ਼ਬਰਦਸਤ ਝਟਕੇ ਮਹਿਸੂਸ ਕੀਤੇ। ਭੁਚਾਲ ਦਾ ਕੇਂਦਰ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਸੀ। ਦਿੱਲੀ NCR ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੇ ਝਟਕੇ ਨੇ ਤੇਜ਼ ਸੀ ਕਿ ਡਰ ਦੇ ਮਾਰੇ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। जो बच्चे थे स्कूल में वो घबरा गई, या दुकान में लोग थे वो बाहर आ गए, तो एक खौफ सा माहौल पैदा हुआ है। ਝਟਕੇ ਲੱਗੇ, ਝਟਕਾ ਲੱਗਣ ਤੋਂ ਬਾਅਦ ਜਿਹੜਾ ਅਸੀਂ ਬਾਹਰ ਨੂੰ ਭੱਜੇ ਦੁਕਾਨਾਂ ਤੋਂ, ਕਾਫੀ ਲੋਕ ਜਿਹੜੇ ਬਾਹਰ ਭੱਜਣਾ ਸ਼ੁਰੂ ਕੀਤਾ। ਮੈਂ ਦੁਕਾਨ ਤੇ ਬੈਠਾ ਸੀ, ਯਕਦਮ ਜ਼ੋਰ ਦੀ ਝਟਕੇ ਵੱਜੇ ਆ, ਮੈਂ ਭੱਜ ਕੇ ਦੁਕਾਨ ਤੋਂ ਬਾਹਰ ਆ ਗਿਆ। ਬੜੇ ਮੇਜਰ ਝਟਕੇ ਜਿਹੜੇ ਆ ਮਹਿਸੂਸ ਹੋਏ ਆ ਵੀ ਅਸੀਂ ਆਪਣੀਆਂ ਦੁਕਾਨਾਂ ਦੇ ਵਿੱਚੋਂ ਬਾਹਰ ਆਏ ਆ। ਭੁਚਾਲ ਤੋਂ ਬਾਅਦ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ ਆਈ। ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਘਰ ਦੇ ਵਿੱਚ ਤੇ ਕਸ਼ਮੀਰ 'ਚ ਇੱਕ ਮਸਜਿਦ ਦੇ ਵਿੱਚ ਤਰੇੜਾਂ ਜ਼ਰੂਰ ਆ ਗਈਆਂ। ਭੁਚਾਲ ਦੇ ਇਹ ਝਟਕੇ ਪਾਕਿਸਤਾਨ ਦੇ ਨਾਲ ਹੀ ਚੀਨ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਪੂਰਥਲਾ ਖੇਤੀਬਾੜੀ ਵਿਭਾਗ ਦੀ ਕਾਰਵਾਈ ਵੇਖਣ ਨੂੰ ਮਿਲੀ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਮਾਚੀ ਜੋਆ ਦੇ ਵਿੱਚ ਫਸਲ ਵਾਹ ਦਿੱਤੀ ਗਈ ਹੈ। ਇਹ ਖਬਰ ਹੈ ਵੱਡੀ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਦਰਅਸਲ ਝੋਨੇ ਦੀ ਲਵਾਈ ਦੇ ਲਈ 4 ਪੜਾਅ ਦੇ ਵਿੱਚ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਦੋਂ-ਕਦੋਂ ਝੋਨੇ ਦੀ ਲਵਾਈ ਕੀਤੀ ਜਾ ਸਕਦੀ ਹੈ। ਪਾਣੀ, ਮੌਸਮ, ਬਿਜਲੀ ਸਭ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 4 ਪੜਾਅ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਇਸ ਵਾਰ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ 11 ਜੂਨ ਤੋਂ ਉਹ ਪੜਾਅ ਸ਼ੁਰੂ ਹੋ ਚੁੱਕੇ ਨੇ, ਪਰ ਕੁਝ ਥਾਵਾਂ ਦੇ ਉੱਤੇ 19 ਤਰੀਕ ਨੂੰ ਜਾ ਕੇ ਝੋਨੇ ਦੀ ਲਵਾਈ ਹੋਣੀ ਸੀ। ਕਪੂਰਥਲਾ ਤੋਂ ਇਹ ਖਬਰ ਆਈ ਹੈ ਨਿਕਲ ਕੇ, ਸਮੇਂ ਤੋਂ ਪਹਿਲਾਂ ਝੋਨਾ ਲਗਾ ਦਿੱਤਾ ਤਾਂ ਫਿਰ ਝੋਨੇ ਦੀ ਫਸਲ ਦੇ ਉੱਤੇ ਟਰੈਕਟਰ ਚਲਾ ਦਿੱਤਾ ਗਿਆ। ਕਪੂਰਥਲਾ ਜ਼ਿਲ੍ਹੇ 'ਚ 19 ਜੂਨ ਤੋਂ ਝੋਨਾ ਲੱਗਣਾ ਹੈ। ਪੰਜਾਬ ਦੇ ਵਿੱਚ 4 ਗੇੜ ਦੇ ਵਿੱਚ ਝੋਨਾ ਲਗਾਉਣ ਦਾ ਫੈਸਲਾ ਸਰਕਾਰ ਨੇ ਲਿਆ ਤੇ ਅਪੀਲ ਕੀਤੀ ਸੀ ਕਿ ਤੁਸੀਂ ਉਸ ਤੋਂ ਪਹਿਲਾਂ ਝੋਨਾ ਨਾ ਲਗਾਓ। ਖੈਰ ਕਪੂਰਥਲਾ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿਉਂਕਿ ਅਜੇ 19 ਤਰੀਕ ਆਉਣੀ ਬਾਕੀ ਹੈ, ਉਸ ਤੋਂ ਪਹਿਲਾਂ ਹੀ ਝੋਨਾ ਲਗਾ ਦਿੱਤਾ ਗਿਆ। ਔਰ ਫਿਰ ਜਦੋਂ ਪ੍ਰਸ਼ਾਸਨ ਦੇ ਕੋਲ ਇਸ ਦੀ ਜਾਣਕਾਰੀ ਪਹੁੰਚ ਗਈ ਕਿ ਝੋਨਾ ਪਿੰਡ ਦੇ ਵਿੱਚ ਲਗਾ ਦਿੱਤਾ ਗਿਆ, ਖੇਤ ਦੇ ਵਿੱਚ ਲਗਾਇਆ ਗਿਆ ਕਿਸੇ ਕਿਸਾਨ ਦੇ ਵੱਲੋਂ, ਤਾਂ ਫਿਰ ਟਰੈਕਟਰ ਦੇ ਨਾਲ ਪੂਰੀ ਫਸਲ ਜੋ ਲਗਾਈ ਗਈ ਸੀ ਇਸ ਨੂੰ ਵਾਹ ਦਿੱਤਾ ਗਿਆ। ਕਪੂਰਥਲਾ ਖੇਤੀਬਾੜੀ ਵਿਭਾਗ ਦੀ ਇਹ ਕਾਰਵਾਈ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਮਾਚੀ ਜੋਆ ਦੇ ਵਿੱਚ ਐਕਸ਼ਨ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਔਰ ਫਸਲ ਵਾਹ ਦਿੱਤੀ ਗਈ ਹੈ। ਹਾਲਾਂਕਿ ਅਜੇ ਲਗਾਈ ਹੀ ਸੀ, ਕੱਦੂ ਕੀਤਾ, ਉਸ ਤੋਂ ਬਾਅਦ ਝੋਨੇ ਦੀ ਫਸਲ ਜਿਹੜਾ ਝੋਨਾ ਲੱਗਦਾ ਹੈ ਉਹ ਬੁਆਈ ਕਰਵਾ ਦਿੱਤੀ ਗਈ, ਪਰ ਸਮੇਂ ਤੋਂ ਪਹਿਲਾਂ ਲਗਾ ਦਿੱਤਾ ਗਿਆ ਸੀ ਝੋਨਾ, ਇਸ ਕਰਕੇ ਪ੍ਰਸ਼ਾਸਨ ਨੇ ਟਰੈਕਟਰ ਚਲਾ ਕੇ ਫਸਲ ਨੂੰ ਨਸ਼ਟ ਕਰ ਦਿੱਤਾ। ਛੇਕ ਨਾਲ ਸੀ ਜੀ, ਛੇਕ ਸਾਡੇ ਸਾਰੀ ਪ੍ਰਸ਼ਾਸਨ ਨੂੰ ਲਵਾ ਦਿੱਤੀ ਗਈ ਹੈ। ਹਾਂਜੀ ਹਾਂਜੀ ਸਾਰੀ ਬਾਤ ਤੁਹਾਨੂੰ ਪਤਾ ਨਹੀਂ ਸੀ ਵੀ ਹਾਲੇ ਦੀ ਤਰੀਕ ਨਹੀਂ ਹੈ? ਪਤਾ ਤਾਂ ਹੈਗਾ ਸੀ, ਇਹ ਨੀਵੇਂ ਥਾਂ ਕਰਕੇ ਤੇ ਲਾਤਾ ਇੱਥੇ ਜਦੋਂ ਵੀ ਪੈ ਗਿਆ ਨਾ ਇੱਥੇ ਲੱਗਣਾ ਹੀ ਨਹੀਂਗਾ ਝੋਨਾ। ਇਹੋ ਜਿਹੇ 2-4 ਦਿਨ ਪਹਿਲਾਂ ਲੱਗ ਜੇ ਨਾ ਇਹ ਝੋਨਾ ਤੁਰ ਪੈਂਦਾ। ਲਾਉਣਾ ਮੈਂ ਲਾਇਆ ਸਿਰਫ ਇਹੀ ਸੀਗਾ, ਪਾਰ ਨਹੀਂ ਸੀ ਲਾਉਣਾ।
ਕਿ ਇਸ ਗੱਲ ਦਾ ਕੋਈ ਗਲਾ ਸ਼ਿਕਵਾ ਤਾਂ ਨਹੀਂ ਕਿ ਨਹੀਂ ਨਹੀਂ ਕੋਈ ਗੱਲ ਅੱਛਾ ਮੈਨੂੰ ਮਤ ਆ ਗਈ ਸਗੋਂ ਮੈਂ ਅੱਗੋਂ ਤੋਂ ਨਾ ਲਾਉਂਗਾ। ਕੋਈ ਹੋਰ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ? ਹਾਂਜੀ 19 ਤਰੀਕ ਤੋਂ ਬੇਸ਼ੱਕ ਕਿਹਾ ਗਿਆ, ਪਰ ਦੂਜੇ ਪਾਸੇ ਕਿਸਾਨ ਦਾ ਆਪਣਾ ਤਰਕ ਹੈ ਤੇ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਕਿ ਉਹਨਾਂ ਦਾ ਖੇਤ ਨੀਵੇਂ ਥਾਂ ਦੇ ਉੱਤੇ ਹੈ ਤੇ ਜੇਕਰ ਮੀਂਹ ਪੈ ਗਿਆ ਤਾਂ ਫਿਰ ਝੋਨਾ ਉੱਥੇ ਨਹੀਂ ਲੱਗ ਸਕਦਾ। ਖੈਰ ਹੁਣ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਹਿੰਦਾ ਦੇਖਣ ਵਾਲੀ ਗੱਲ ਜ਼ਰੂਰ ਰਹੇਗੀ, ਪਰ ਫਿਲਹਾਲ ਜੋ ਝੋਨਾ ਲਗਾਇਆ ਗਿਆ ਸੀ ਇਸ ਕਿਸਾਨ ਦਾ ਨਸ਼ਟ ਕਰ ਦਿੱਤਾ ਗਿਆ।